Hello and welcome my dear students. I am Dr. Indrajit Kaur, retired professor in education from Government College of Education, Patiala. I completed my PhD in 1986 and joined teaching career, and I taught B.Ed classes for 31 years and taught M.Ed classes for 28 years. So this gives me an opportunity to start this video channel, and the name of this channel is Let's Learn Together. So this channel will be having some benefits for you, and I have made a list of these. First of all, I would be elaborating some of the selected topics from the B.Ed and M.Ed syllabus, and I will be giving you the details so that you will be understand each and every concept related with education. Education ਨਾਲ ਸੰਬੰਧਿਤ ਸਾਰੇ ਹੀ concepts ਬਾਰੇ syllabus ਵਿੱਚੋਂ ਵੱਖਰੇ topics ਲੈ ਕੇ ਤੁਹਾਨੂੰ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾਏਗੀ। ਇਹ ਜਾਣਕਾਰੀ M.Ed ਦੇ ਸਟੂਡੈਂਟਸ ਲਈ ਹੋਰ ਵੀ ਲਾਹੇਵੰਦ ਹੋਏਗੀ, ਜਦੋਂ ਕਿ ਉਹਨਾਂ ਨੂੰ ਉਹਨਾਂ ਦੇ UGC ਐਗਜ਼ਾਮ ਦੇ ਵਿੱਚ ਵੀ ਇਸ ਦੀ ਮਦਦ ਮਿਲ ਸਕੇਗੀ। ਉਸ ਤੋਂ ਇਲਾਵਾ ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਵੇਲੇ ਇਸ ਦੇਸ਼ ਦੇ ਵਿੱਚ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਬਣ ਚੁੱਕੀ ਹੈ, ਜਿਸ ਨੂੰ ਨਵੀਂ ਸਿੱਖਿਆ ਨੀਤੀ 2020 ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਔਰ ਇਹ ਇੱਕ ਤੀਸਰੀ ਐਜੂਕੇਸ਼ਨ ਪਾਲਿਸੀ ਹੈ। ਇਸ ਤੋਂ ਪਹਿਲਾਂ 1968 ਵਿੱਚ ਆਈ ਸੀ, ਜਿਹੜੀ ਕਿ ਕੋਠਾਰੀ ਐਜੂਕੇਸ਼ਨ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਸੀ, ਉਹਦੀਆਂ ਰਿਕਮੈਂਡੇਸ਼ਨਸ ਦੇ ਆਧਾਰ ਸੀ। ਉਸ ਤੋਂ ਬਾਅਦ ਇੱਕ 1986 ਦੇ ਵਿੱਚ ਪਾਲਿਸੀ ਆਈ ਸੀ, ਜਿਹੜੀ ਕਿ ਕਾਂਗਰਸ ਗਵਰਨਮੈਂਟ ਵੱਲੋਂ ਦਿੱਤੀ ਗਈ ਸੀ। ਇਹ ਹੁਣ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਹੈ, ਉਸਨੇ ਇਹ ਪਾਲਿਸੀ ਇਜਾਦ ਕੀਤੀ ਹੈ, ਔਰ ਇਹ ਪਾਲਿਸੀ ਕਰਨਾਟਕਾ ਔਰ ਮੱਧ ਪ੍ਰਦੇਸ਼ ਦੇ ਵਿੱਚ ਲਾਗੂ ਹੋ ਚੁੱਕੀ ਹੈ 2021 ਵਿੱਚ, ਔਰ ਯੂਪੀ ਦੇ ਵਿੱਚ ਵੀ 2022 ਦੇ ਵਿੱਚ ਕਿਹਾ ਗਿਆ ਸੀ ਕਿ ਇਹ ਫੇਜ਼ਸ ਦੇ ਵਿੱਚ ਸ਼ੁਰੂ ਹੋ ਜਾਏਗੀ। ਤਾਂ ਬਾਕੀ ਦੀਆਂ ਸਟੇਟਸ ਵੀ ਇਸ ਨੂੰ ਸ਼ੁਰੂ ਕਰਨ ਦੇ ਲਈ ਪੂਰੀ ਕੋਸ਼ਿਸ਼ ਕਰ ਰਹੀਆਂ ਨੇ। ਤਾਂ ਇਸ ਵਾਸਤੇ ਤੁਸੀਂ ਲੋਕਾਂ ਨੇ, ਜਿਨ੍ਹਾਂ ਨੇ ਵੀ B.Ed ਔਰ M.Ed ਹਾਲੇ ਜੁਆਇਨ ਕੀਤੀ ਹੈ ਜਾਂ ਜੁਆਇਨ ਕਰਨ ਜਾ ਰਹੇ ਨੇ, ਇਸ ਪਾਲਿਸੀ ਨੂੰ ਇੰਪਲੀਮੈਂਟ ਕਰਨ ਲਈ ਆਪਣੀ ਤਿਆਰੀ ਕਰਨੀ ਹੈ, ਤਾਂ ਕਿ ਇਸ ਪਾਲਿਸੀ ਨੂੰ ਪ੍ਰੋਪਰਲੀ ਲਾਗੂ ਕੀਤਾ ਜਾ ਸਕੇ। ਕੋਈ ਵੀ ਪਾਲਿਸੀ ਦੇ ਵਿੱਚ ਕੋਈ ਖਰਾਬੀ ਨਹੀਂ ਹੁੰਦੀ, ਲੇਕਿਨ ਉਸ ਨੂੰ ਲਾਗੂ ਕਰਨ ਵਾਲਿਆਂ ਦੀ ਜਿਹੜੀ ਸੀਰੀਅਸਨੈਸ ਹੈ ਉਹ ਮੈਟਰ ਕਰਦੀ ਹੈ ਕਿ ਉਸ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾ ਸਕੇ। ਇਸ ਤੋਂ ਇਲਾਵਾ ਜਿਹੜਾ ਮੀਡੀਅਮ ਆਫ ਇੰਸਟਰਕਸ਼ਨ ਹੋਏਗਾ, ਮੈਂ ਤੁਹਾਨੂੰ ਪੰਜਾਬੀ ਔਰ ਇੰਗਲਿਸ਼ ਦੋਨਾਂ ਦੇ ਵਿੱਚ ਹੀ ਪੜ੍ਹਾਉਂਗੀ। ਇਸ ਤੋਂ ਇਲਾਵਾ ਇੱਕ ਹੋਰ ਕੈਟਾਗਰੀ ਦੇ ਜਿਹੜੇ ਬੱਚੇ ਅੱਜ ਕੱਲ੍ਹ ਦੇਖਣ ਵਿੱਚ ਆ ਰਹੇ ਨੇ, ਉਹ ਹੈ ਨਾਨ ਅਟੈਂਡਿੰਗ ਸਟੂਡੈਂਟ, ਜਿਹੜੇ ਕਿ ਕਾਲਜਾਂ ਵਿੱਚ ਨਾ ਜਾ ਕੇ ਡਿਗਰੀਆਂ ਤਾਂ ਲੈ ਰਹੇ ਨੇ, ਪਰ ਉਹਨਾਂ ਨੂੰ ਕਾਲਜ ਜਾਂ ਵਿਦਿਅਕ ਸੰਸਥਾ ਵਿੱਚ ਜਾਣ ਦਾ ਮੌਕਾ ਨਹੀਂ ਮਿਲ ਰਿਹਾ। ਸੋ ਇਸ ਚੈਨਲ ਨਾਲ ਉਹਨਾਂ ਨੂੰ ਵੀ ਇਹਨਾਂ ਦੀ ਮਦਦ ਹੋ ਸਕੇਗੀ, ਤਾਂ ਕਿ ਉਹ ਕੁਝ ਕਨਸੈਪਟਸ ਬਾਰੇ ਸਮਝ ਸਕਣ ਔਰ ਚੰਗੇ ਅਧਿਆਪਕ ਬਣ ਸਕਣ। ਇਸ ਤੋਂ ਇਲਾਵਾ ਮੈਂ ਤੁਹਾਨੂੰ ਮਾਡਰਨ ਟੀਚਿੰਗ ਟੈਕਨੀਕਸ ਬਾਰੇ ਵੀ ਥੋੜ੍ਹਾ ਦੱਸਾਂਗੀ ਕਿ ਅੱਜ ਦੇ ਮਾਹੌਲ ਦੇ ਵਿੱਚ ਜਿਹੜਾ ਟੈਕਨੋਲੋਜੀ ਦਾ ਯੁੱਗ ਹੈ, ਇਹਦੇ ਵਿੱਚ ਨਵੀਆਂ ਤਕਨੀਕਸ ਦੇ ਨਾਲ ਕਿਵੇਂ ਪੜ੍ਹਾਇਆ ਜਾ ਰਿਹਾ ਹੈ। ਜੋ ਮੈਂ ਆਸਟ੍ਰੇਲੀਆ ਵਿੱਚ ਦੇਖ ਕੇ ਆਈ ਹਾਂ, ਉੱਥੇ ਬੱਚਿਆਂ 'ਤੇ ਬਿਲਕੁਲ ਵੀ ਬੋਝ ਨਹੀਂ ਪਾਇਆ ਜਾਂਦਾ। ਉੱਥੇ ਯਾਦ ਕਰਨਾ ਜਾਂ ਰੱਟਾ ਲਗਾਉਣ ਦੀ ਜਗ੍ਹਾ 'ਤੇ ਐਕਸਪੈਰੀਮੈਂਟਸ ਅਤੇ ਐਕਸਪੀਰੀਅੰਸਿਸ 'ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਤਾਂ ਉਹ ਮੈਂ ਆਪਣੇ ਐਕਸਪੀਰੀਅੰਸਿਸ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ। ਸੋ ਹੁਣ ਸ਼ੁਰੂ ਕਰਦੇ ਹਾਂ। ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ ਐਜੂਕੇਸ਼ਨ ਕਮਿਸ਼ਨ ਦੀ ਰਿਪੋਰਟ ਹੈ, ਜਿਹੜੀ ਕਿ 4 ਵੋਲਿਊਮਸ ਦੇ ਵਿੱਚ ਹੈ, ਔਰ ਇਹ ਜਿਹੜੀ ਰਿਪੋਰਟ ਦੀ ਪਹਿਲੀ ਲਾਈਨ ਕੀ ਹੈ, ਇਹ ਲਾਈਨ ਕਹਿੰਦੀ ਹੈ, ਦ ਡੈਸਟਨੀ ਆਫ ਇੰਡੀਆ ਇਜ਼ ਨਾਓ ਬੀਇੰਗ ਸ਼ੇਪਡ ਇਨ ਆਰ ਕਲਾਸਰੂਮਸ। ਇਹਦਾ ਮਤਲਬ ਕੀ ਹੋਇਆ ਕਿ ਡੈਸਟਨੀ, ਸਾਡਾ ਦੇਸ਼ ਦਾ ਭਵਿੱਖ, ਸਾਡੇ ਦੇਸ਼ ਦਾ ਭਵਿੱਖ ਜਿਹੜਾ ਹੈ ਉਹ ਸਾਡੀਆਂ ਕਲਾਸਰੂਮਸ ਦੇ ਵਿੱਚ ਬੈਠਾ ਹੈ। ਉਹਨਾਂ ਨੂੰ ਪੜ੍ਹਾਉਣ ਵਾਲੇ ਟੀਚਰਸ, ਉਹਨਾਂ ਦੇ ਵਿੱਚ ਕਿੰਨੀ ਕੁ ਕਾਬਲੀਅਤ ਹੋਣੀ ਚਾਹੀਦੀ ਹੈ ਤਾਂ ਕਿ ਉਹ ਇਸ ਨੂੰ ਸੰਭਾਲ ਸਕਣ ਔਰ ਆਉਣ ਵਾਲੀਆਂ ਜਨਰੇਸ਼ਨ ਤੱਕ ਆਪਣੇ ਭਵਿੱਖ ਨੂੰ ਉਜਵਲ ਬਣਾ ਸਕਣ। ਹੁਣ ਟੀਚਰ ਨੂੰ ਕੀ ਕਿਹਾ ਜਾਂਦਾ ਹੈ? ਹੀ ਇਜ਼ ਕਾਲਡ ਦ ਨੇਸ਼ਨ ਬਿਲਡਰ, ਹੀ ਇਜ਼ ਕਾਲਡ ਦੀ ਆਰਕੀਟੈਕਟ ਆਫ ਫਿਊਚਰ ਟੀਚਰਸ। ਸੋ ਤੁਸੀਂ ਸਾਰੇ ਜਿਹੜੇ ਕੱਲ੍ਹ ਦੇ ਅਧਿਆਪਕ ਹੋ, ਤਾਂ ਜਿਹੜੀਆਂ ਤੁਹਾਡੀਆਂ ਕਲਾਸਾਂ ਦੇ ਵਿੱਚ ਬੈਠੇ ਹੋਣਗੇ ਬੱਚੇ, ਉਹ ਕੱਲ੍ਹ ਦੇ ਤੁਹਾਡੇ ਨਾਗਰਿਕ ਨੇ। ਉਹਨਾਂ ਨੇ ਬਾਹਰ ਆ ਕੇ ਸਮਾਜ ਨੂੰ ਸਿਰਜਣਾ ਹੈ, ਔਰ ਉਹ ਕਿਸ ਤਰ੍ਹਾਂ ਦਾ ਸਮਾਜ ਸਿਰਜਣਗੇ ਇਹ ਡਿਪੈਂਡ ਕਰਦਾ ਹੈ ਤੁਸੀਂ ਉਹਨਾਂ ਨੂੰ ਕਿੰਨਾ ਵਧੀਆ ਪੜ੍ਹਾਇਆ। ਇਸ ਲਈ ਇਹ ਮੰਗ ਹੈ ਕਿ ਤੁਸੀਂ ਇੱਕ ਬਹੁਤ ਹੀ ਚੰਗੇ ਅਧਿਆਪਕ ਬਣੋ, ਤਾਂ ਕਿ ਤੁਹਾਡੇ ਵਿੱਚ ਉਹ ਸਾਰੀਆਂ ਕੁਆਲਿਟੀਜ਼ ਹੋਣ, ਤਾਂ ਕਿ ਤੁਸੀਂ ਉਹ ਕੁਆਲਿਟੀਜ਼ ਆਪਣੇ ਬੱਚਿਆਂ ਦੇ ਅੰਦਰ ਪੈਦਾ ਕਰ ਸਕੋ, ਤਾਂ ਕਿ ਉਹ ਕੱਲ੍ਹ ਦੇ ਜਿਹੜਾ ਭਵਿੱਖ ਹੈ, ਕੱਲ੍ਹ ਦਾ ਜਿਹੜਾ ਨਾਗਰਿਕ ਹੈ, ਕੱਲ੍ਹ ਦਾ ਜਿਹੜਾ ਸਿਟੀਜ਼ਨ ਬਣਨਾ ਹੈ, ਉਹ ਚੰਗੀ ਤਰ੍ਹਾਂ ਬਣ ਸਕੇ। Now in ancient India, there used to be a teacher-centered education, where teacher was all in all. He was the only source of education. He was the only source of knowledge in that area. So the emphasis was
on the teacher and not on the taught. Then psychology came on the scene, and then it was said that we must psychologize education, and the motto became know thy student first. That means try to understand your student first, then only you can teach. So psychology has emphasized that teacher must teachers are known as fountainhead of knowledge, but that doesn't mean that the students are pots to be filled in with that knowledge. So teachers have to adjust his teaching. That means the psychology has emphasized that we must have learner-centered education. So earlier it was teacher-centered education, now it is learner-centered education. And the teacher has to adapt, and he has to create ambience in the classroom so that the student is able to get education in a proper way. Now in this era of technology, there is another role which the teacher or you people have to embrace, that is a role of a mentor or a coach, like a friend, like a helper, like a facilitator, because the students are having smartphones in their hand. That means they have all the knowledge through Wikipedia in their hand. Now the problem of teacher is how to organize. The student doesn't know how to organize that knowledge. Here the teacher has to create a new role for himself. He has to become mentor in order to guide his students in a way so that the students can use that knowledge for their self-realization, for their empowerment, for their enlightenment, so that the society can get benefit out of them. So the national development is dependent upon the quality of students coming out of our schools and colleges, and the quality of education being given in the schools and colleges will depend upon the quality of teachers. That means you must upgrade your quality in order to face the class. Now you all know that we are in 21st century and this is the era of technology. Now you have to embrace a new role for yourself, that is of a mentor and a coach. ਅੱਜ ਦੇ ਸਮੇਂ ਵਿੱਚ ਤੁਸੀਂ ਇੱਕ ਕੋਚ ਬਣ ਕੇ, ਇੱਕ ਸਲਾਹਕਾਰ ਬਣ ਕੇ ਬੱਚਿਆਂ ਦਾ ਸਾਥ ਦੇਣਾ ਹੈ। ਜਿਸ ਤਰ੍ਹਾਂ ਕੋਚ ਆਪਣੇ ਖਿਡਾਰੀਆਂ ਨੂੰ ਸਾਰੇ ਰੂਲ ਸਮਝਾ ਦਿੰਦਾ ਹੈ, ਲੇਕਿਨ ਉਹਨਾਂ ਦੀ ਜਗ੍ਹਾ ਤੇ ਉਹ ਮੈਦਾਨ ਵਿੱਚ ਨਹੀਂ ਖੇਲਦਾ, ਬੱਚੇ ਆਪੇ ਖੇਲਦੇ ਹਨ। ਇਸੇ ਤਰ੍ਹਾਂ ਇੱਕ ਟੀਚਰ ਨੇ ਇੱਕ ਸਲਾਹਕਾਰ ਬਣ ਕੇ, ਇੱਕ ਕੋਚ ਬਣ ਕੇ ਆਪਣੇ ਬੱਚਿਆਂ ਨੂੰ ਇੱਕ ਸਲਾਹ ਦੇਣੀ ਹੈ, ਰੂਲ ਔਰ ਤਰੀਕਾ ਦੱਸਣਾ ਹੈ ਕਿਵੇਂ ਉਹਨਾਂ ਨੇ ਸਿੱਖਣਾ ਹੈ। In this changing environment, it's time to realize that we have to change the style of teaching. Now the teacher has to guide the student how to think and learn, and not to tell him what to think and learn. This is the difference. We have to shift from what to how. That means the teacher must encourage the students to become creative, to become active, to create knowledge for themselves, so that they have to realize their goals and they have to become lifelong learners. Now there's one message for you all, that you must grow and you should not dictate notes in the classroom. You have to grow with the system. With you will grow the institution. You have to make them curious, you have to make them creative, and this is what the new education policy expects you to do. The new education policy 2020 expects that you should create that environment in which the students have a mindset of innovation, logical thinking and creativity. So you have to rouse the curiosity of the students, because you know that learning is maximum when curiosity is at its peak. ਲਰਨਿੰਗ ਉਦੋਂ ਮੈਕਸਿਮਮ ਹੁੰਦੀ ਹੈ ਜਦੋਂ ਬੱਚਿਆਂ ਦੇ ਅੰਦਰ ਜਿਗਿਆਸਾ ਹੈ, ਜਦੋਂ ਬੱਚਿਆਂ ਦੇ ਅੰਦਰ ਤਾਂਘ ਹੈ ਤਾਂ ਕਿ ਉਹ ਕੁਝ ਸਿੱਖਣਾ ਚਾਹੁੰਦੇ ਹਨ। ਤਾਂ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਗਾਈਡ ਕਰਨਾ ਹੈ ਕਿ ਉਹ ਸਾਰੀ ਉਮਰ ਇੱਕ ਲਰਨਰ ਬਣ ਕੇ ਰਹਿਣ, ਔਰ ਜਿਹੜੀ ਵਿਦਿਆ, ਜੋ ਨੌਲੇਜ ਇੰਟਰਨੈਟ ਤੇ ਉਹਨਾਂ ਦੇ ਸਮਾਰਟਫੋਨ ਦੇ ਵਿੱਚ ਪਈ ਹੈ, ਉਸ ਨੂੰ ਕਿਵੇਂ ਇਸਤੇਮਾਲ ਕਰਨਾ ਹੈ ਆਪਣੇ ਲਈ, ਆਪਣੇ ਦੇਸ਼ ਲਈ, ਆਪਣੀ ਸੁਸਾਇਟੀ ਲਈ, ਦੇਸ਼ ਦੀ ਡਿਵੈਲਪਮੈਂਟ ਲਈ, ਇਹ ਤੁਸੀਂ ਆਪਣੇ ਅੰਦਰ
ਤੁਹਾਡੇ ਅੰਦਰ ਬਹੁਤ ਵੱਡਾ पोटेंशियल है, उस पोटेंशियल ਨੂੰ ਸਮਝਣਾ है और क्लास ਵਿੱਚ ਜਾਣ ਲੱਗਿਆਂ उस पोटेंशियल ਦਾ ਉੱਥੇ इस्तेमाल करना है। ਤੁਸੀਂ ਨੋਟਸ ਲਿਖਾਉਣ ਵੱਲ ਧਿਆਨ ਨਹੀਂ ਦੇਣਾ, ਰੱਟਾ ਲਵਾਉਣ ਵੱਲ ਧਿਆਨ ਨਹੀਂ ਦੇਣਾ, ਲੇਕਿਨ ਬੱਚਿਆਂ ਨੂੰ ਐਕਸਪੈਰੀਮੈਂਟ ਕਰਵਾਉਣੇ ਹਨ ਔਰ ਉਹਨਾਂ ਨੂੰ ਐਕਸਪੀਰੀਐਂਸਿਸ ਦੇਣੇ ਹਨ। मैं ਆਸਟ੍ਰੇਲੀਆ ਦੇ ਸਕੂਲ ਦੇ ਵਿੱਚ ਇਹ ਸਭ ਕੁਝ ਦੇਖ ਕੇ ਆਈ ਹਾਂ ਕਿ ਬੱਚਿਆਂ ਨੂੰ ਕਿਵੇਂ ਕੋਲੈਬੋਰੇਟਿਵ ਟੀਚਿੰਗ मॉडर्न टेक्निक नाल पढ़ाया जाता है और बच्चों को सिचुएशनस किस तरह क्रिएट करके दी जाती हैं ताकि बच्चे अपने वास्ते अपने लिए जो भी नॉलेज इकट्ठी करना चाहन वो अपनी नॉलेज अपने लिए क्रिएट करते हैं। और ये टीचर सिर्फ एक सहायक होंदा है, एक मेंटर होंदा है, एक कोच होंदा है। और बच्चे जिहड़े हैं वो किन्ने सुखावे माहौल दे विच किन्ने इंटरस्ट दे नाल उस चीज़ नूं समझते हैं और अपने लिए वो ज्ञान प्राप्त करते हैं। जे असीं इस तरह नहीं करांगे, जे तुसीं बच्चों को अपने नाल इनवॉल्व नहीं करोगे तो बच्चों के हत्थ में जिहड़े स्मार्टफोन ने वो तुहाडे वल ध्यान नहीं देणगे, उन्हां दा ध्यान तुहाडे वल्लों दिते गए ज्ञान दे विच नहीं होएगा, क्योंकि उन्हां नूं पता है कि हुण टीचर एक कल्ला स्रोत नहीं है ज्ञान का, उन्हां कोल ज्ञान का भंडार उन्हां दे हत्थ विच है। इस करके तुसीं अपने वास्ते एक नवा रोल क्रिएट करना है और उस रोल के उत्ते खड़े नहीं रहना है, उत्थे ग्रो करना है और ग्रोथ तुहाडा मोटो होना चाहिए। सो ये मेरी एक इंट्रोडक्टरी वीडियो सी जिहदे विच कि मैं बहुता कुछ नहीं दस रही, सिर्फ एक इंट्रोडक्शन दी है तुहानूं। और जे तुहानूं पसंद आई होए तो इसनूं वध तों वध शेयर करियो और इसनूं सबसक्राइब करियो और अगों अगली जिहड़ियां वीडियोज़ आउणगीआं उहदे विच आपां एक एक करके कॉन्सैप्ट्स एजुकेशन दे लवांगे और सिलेबस नूं भी ध्यान च रखते हुए ਤੁਹਾਨੂੰ ਅਗਲੀਆਂ ਵੀਡੀਓਜ਼ ਜਿਹੜੀਆਂ ਮੈਂ ਜਲਦ ਹੀ ਭੇਜਣੀਆਂ ਸ਼ੁਰੂ ਕਰਾਂਗਾ। ਥੈਂਕ ਯੂ ਫॉर वाचिंग।